ਡੀਅਰ ਸਟੂਡੈਂਟ, ਅੱਜ ਅਸੀਂ ਕਿਨੈਟਿਕ એનર્ਜੀ ਦਾ ਜਿਹੜਾ ਐਕਸਪ੍ਰੈਸ਼ਨ ਹੈ ਉਹਨੂੰ ਅਸੀਂ ਡਰਾਈਵ ਕਰਨ ਜਾ ਰਹੇ ਹਾਂ। ਪਹਿਲਾਂ ਮੈਂ ਤੁਹਾਨੂੰ ਪਿਛਲੇ ਲੈਕਚਰ ਵਿੱਚ ਸਮਝਾਇਆ ਸੀ ਕਿ ਕਾਈਨੈਟਿਕ એનર્ਜੀ ਇਜ਼ ਦਾ એનર્ਜੀ possessed by the body by virtue of its motion। ਜਦੋਂ ਵੀ ਬਾਡੀ ਸਾਡੀ ਮੋਸ਼ਨ ਵਿੱਚ ਹੁੰਦੀ ਹੈ ਉਸ ਟਾਈਮ ਤੇ ਜਿਹੜੀ એનર્ਜੀ ਬਾਡੀ ਕੋਲ ਹੁੰਦੀ ਹੈ that is called the kinetic energy। ਕੋਈ ਵੀ ਬਾਡੀ ਮੋਸ਼ਨ ਚ ਹੋਏਗੀ ਉਹਦੇ ਕੋਲ ਇੱਕ એનર્ਜੀ ਜ਼ਰੂਰ ਹੈ, ਕਾਈਨੈਟਿਕ એનર્ਜੀ। ਮੰਨ ਲਓ ਕਿ ਸਕੂਟਰ ਜਿਹੜਾ ਹੈ ਮੋਸ਼ਨ ਚ ਹੈ, ਕਾਰ ਹੈ, ਕੋਈ ਬੁਲਟ ਜਿਹੜੀ ਅਸੀਂ ਫਾਇਰ ਕਰਤੀ, ਇਹਨਾਂ ਸਾਰਿਆਂ ਕੋਲ ਜਿਹੜਾ ਹੈ ਉਹ ਕਾਈਨੈਟਿਕ એનર્ਜੀ ਹੋਏਗੀ। ਅੱਜ ਅਸੀਂ ਇਹਦਾ ਐਕਸਪ੍ਰੈਸ਼ਨ ਜਿਹੜਾ ਹੈ ਅਸੀਂ ਡਰਾਈਵ ਕਰਨਾ ਹੈ ਤੇ ਨਾਲ ਅਸੀਂ ਇੱਕ ਥਿਊਰਮ ਨੂੰ ਆਪਾਂ ਡਿਸਕਸ ਕਰਨਾ ਹੈ ਜਿਹਦਾ ਨਾਮ ਹੈ ਵਰਕ એનર્ਜੀ ਥਿਊਰਮ। ਆਓ ਇਸ ਨੂੰ ਜਿਹੜਾ ਆਪਾਂ ਸਟਾਰਟ ਕਰਦੇ ਹਾਂ। ਸਭ ਨਾਲੋਂ ਪਹਿਲਾਂ ਕਾਈਨੈਟਿਕ એનર્ਜੀ ਦਾ ਐਕਸਪ੍ਰੈਸ਼ਨ ਅਸੀਂ ਡਿਸਕਸ ਕਰਦੇ ਹਾਂ। ਮੰਨ ਲਓ ਇੱਥੇ ਮੈਂ ਡਾਇਗਰਾਮ ਬਣਾਉਣ ਲੱਗਾ। ਸਪੋਜ਼ this is a body which is at rest। ਕੋਈ ਬੋਡੀ ਹੈ ਜਿਹੜੀ ਸਾਡੀ ਜਿਹੜੀ ਹੈ ਉਹ ਰੈਸਟ ਵਿੱਚ ਪਈ ਹੋਈ ਹੈ। ਇਸ ਬੋਡੀ ਦੇ ਉੱਪਰ ਅਸੀਂ ਬਾਹਰੋਂ ਫੋਰਸ ਅਪਲਾਈ ਕੀਤੀ F। ਅਸੀਂ ਬੋਡੀ ਦੇ ਉੱਪਰ ਜਿਹੜੀ ਹੈ ਬਾਹਰੋਂ ਫੋਰਸ ਅਪਲਾਈ ਕੀਤੀ ਜਿਹੜੀ ਟਾਈਮ ਦੇ ਅਕੋਰਡਿੰਗ ਚੇਂਜ ਹੋਏਗੀ। ਹੋਇਆ ਕਿ ਬੋਡੀ ਜਿਹੜੀ ਹੈ A ਤੋਂ ਸਪੋਜ਼ ਬੋਡੀ ਮੇਰੀ B ਪੁਆਇੰਟ ਤੱਕ ਜਿਹੜੀ ਪਹੁੰਚ ਗਈ ਆਫਟਰ ਕਵਰਿੰਗ ਸਮਾਲ ਡਿਸਪਲੇਸਮੈਂਟ। ਥੋੜੀ ਜੀ ਉਹਨੇ ਡਿਸਪਲੇਸਮੈਂਟ ਜਿਹੜੀ ਹੈ ਉਹ ਕਵਰ ਕੀਤੀ ਤੇ ਬੋਡੀ ਜਿਹੜੀ ਹੈ ਮੇਰੀ A ਪੁਆਇੰਟ ਤੋਂ ਜਿਹੜੀ ਹੈ ਮੰਨ ਲਓ B ਪੁਆਇੰਟ ਤੇ ਉਹ ਪਹੁੰਚ ਗਈ। ਤੇ ਜਦੋਂ ਬੋਡੀ A ਤੋਂ B ਤੇ ਪਹੁੰਚੇਗੀ ਤੇ ਉਹਦੀ ਥੋੜੀ ਜੀ ਵੈਲੋਸਿਟੀ ਵਿੱਚ ਵੀ ਫਰਕ ਪਏਗਾ ਕਿਉਂਕਿ ਪਹਿਲਾਂ ਵੈਲੋਸਿਟੀ ਕਿੰਨੀ ਸੀ? ਪਹਿਲਾਂ ਜਿਹੜੀ ਵੈਲੋਸਿਟੀ ਸੀਗੀ ਉਹਦੀ 0, ਜਿਹਨੂੰ ਬੋਲਾਂਗੇ ਇਨੀਸ਼ੀਅਲ ਵੈਲੋਸਿਟੀ ਸਾਡੀ 0 ਕਿਉਂਕਿ ਪਹਿਲਾਂ ਉਹ ਰੈਸਟ ਵਿੱਚ ਸੀ। ਜਦੋਂ ਬਾਡੀ ਨੇ ਥੋੜਾ ਜਿਹਾ ਡਿਸਟੈਂਸ ਕਵਰ ਕੀਤਾ ਉਹਦੀ ਥੋੜੀ ਜੀ ਵੈਲੋਸਿਟੀ ਉਹਨੇ ਆਪਣੀ ਗੇਨ ਕੀਤੀ। ਨਾਓ the work done, small work done, small work done in displacing a body through small distance ds, in displacing a body through small displacement ds is given by। ਅਸੀਂ ਬੋਡੀ ਉੱਪਰ ਜਸਟ ਫੋਰਸ ਲਗਾਈ, ਬੋਡੀ ਨੇ ਥੋੜੇ ਜਿਹੇ ਟਾਈਮ ਦੇ ਵਿੱਚ ਮੰਨ ਲਓ ਥੋੜਾ ਜਿਹਾ ਡਿਸਪਲੇਸਮੈਂਟ ਜਿਹੜੀ ਹੈ ਉਹਨੇ ਕਵਰ ਕੀਤੀ। ਕਿੰਨੀ ਡਿਸਪਲੇਸਮੈਂਟ ਕਵਰ ਕੀਤੀ ਹੈ? ds। then small work done is given by ਕਿੰਨਾ ਆਏਗਾ small work done? dw। ਵਰਕ ਦਾ ਮਤਲਬ w ਹੋ ਗਿਆ ਤੇ d ਮੈਨੇ small work done। ਤੇ ਅਸੀਂ work done ਦਾ ਫਾਰਮੂਲਾ ਕੀ ਪੜਿਆ ਸੀ ਕਿ ਫੋਰਸ ਡਾਟਡ ਵਿਦ ਡਿਸਪਲੇਸਮੈਂਟ। ਐਸੀ ਪਿਛਲੇ ਲੈਕਚਰ ਵਿੱਚ ਡਿਸਕਸ ਕੀਤਾ ਹੋਇਆ ਕਿ ਵਰਕ ਡਨ ਵਿਲ ਬੀ ਫੋਰਸ ਡਾਟਡ ਵਿਦ ਕੀ ਆਏਗਾ ਸਾਡੇ ਕੋਲ? ਡਿਸਪਲੇਸਮੈਂਟ। ਔਰ ਇਟ ਇਜ਼ ਇਕੁਅਲ ਟੂ ਜਦੋਂ ਅਸੀਂ ਡਾਟ ਪ੍ਰੋਡਕਟ ਹਟਾਉਂਦੇ ਆ ਤੇ ਸਾਡੇ ਕੋਲ ਕੀ ਆਂਦਾ ਹੈ? ds cos ਥੀਟਾ। ਜੇ ਕਿਸੇ ਨੂੰ ਯਾਦ ਹੋਵੇ ਦੱਸੋ ਇੱਥੇ ਵੈਕਟਰ ਪੈਣਗੇ ਕਿ ਨਹੀਂ? ਕੀ ਇੱਥੇ ਵੈਕਟਰ ਪੈਣਗੇ ਕਿ ਨਹੀਂ? ਮੈਂ ਤੇ ਬੋਲ ਦਿੰਦਾ, ਆਪਣੇ ਮਾਈਂਡ 'ਚ ਸੋਚ ਲਿਓ ਕਿ ਤੁਸੀਂ ਸਹੀ ਸੀ ਕਿ ਗਲਤ। ਜਦੋਂ ਵੀ ਡਾਟ ਹਟਾਣੀ ਹੈ ਉਸ ਤੋਂ ਬਾਅਦ ਸਿਰਫ ਮੈਗਨੀਟਿਊਡ ਆਣੇ ਆ, ਇਹਨਾਂ ਦੇ ਉੱਤੇ ਵੈਕਟਰ ਨਹੀਂ ਆਉਂਦੇ। ਫੋਰਸ ਡਿਸਪਲੇਸਮੈਂਟ ਨਾਲ ਕੀ ਆ ਗਿਆ? cos ਥੀਟਾ। ਨਾਓ ਦਿਸ ਇਜ਼ ਅ ਸਮਾਲ ਵਰਕ। ਹੇਅਰ ਥੀਟਾ ਇਜ਼ ਇਕੁਅਲ ਟੂ 0 ਕਿਉਂਕਿ ਜਿੱਧਰ ਨੂੰ ਫੋਰਸ ਲਗਾਈ ਬੋਡੀ ਉਧਰ ਹੀ ਡਿਸਪਲੇਸ ਹੋਈ ਹੈ। ਕਹਿਣ ਦਾ ਮਤਲਬ ਫੋਰਸ ਤੇ ਡਿਸਪਲੇਸਮੈਂਟ ਵਿੱਚ ਕਿੰਨਾ ਐਂਗਲ ਹੈ? 0। ਦਿਸ ਇੰਪਲਾਈ ਤੇ ਸਾਡੇ ਕੋਲ ਫਿਰ cos 0 ਕਿੰਨਾ ਹੋ ਜਾਏਗਾ? 1। dw f ds cos 0 ਕਰਾਂਗੇ ਤੇ cos 0 ਕਿੰਨਾ? 1। ਦਿਸ ਇੰਪਲਾਈ ਸਾਡਾ ਜਿਹੜਾ ਸਮਾਲ ਵਰਕ ਹੈ it will become
F इंटू डी एस। स्मॉल वर्क कितना आ जाएगा F इंटू डी एस। बेटा ए लिखना किस तरह है, एक लाइन जी है ये ऊपर एक लाइन लिखनी है, कंसीडर अ बॉडी इज एट रेस्ट एंड व्हेन वी अप्लाई अ फोर्स F, सपोज in time dt, body covers small displacement ds, then small amount of work done। उस तो बाद तुसी आ लाइन लिखनी है, पहला दसना है कि बॉडी है ਉਹਦੇ ਤੇ फोर्स लगाई, जो फोर्स लगाई थोड़ी जी डिस्प्लेसमेंट हुई, इस करके थोड़ा जा वर्क डन ਅਸੀਂ निकाल लिया dw is equal to f ds। दिस इज इक्वेशन नंबर 1। आई थिंक ਤੁਹਾਨੂੰ ਇਸ ਦਾ क्लियर हो गया। मैं इथों ਜਿਹੜਾ ਇਹਨੂੰ ਰੱਬ ਕਰਨ ਲੱਗਾ। ਨਾਓ ਇਸ ਤੋਂ ਬਾਅਦ सानू पता है की पता है सानू, वी नो दैट अकॉर्डिंग टू न्यूटन सेकंड लॉ, अकॉर्डिंग टू न्यूटन सेकंड लॉ दे अकॉर्डिंग सानू पता है कि F इज इक्वल टू ma। ऐसी फॉर्मूला पिछे भी डिस्कस किया है। F की दे इक्वल होंदा साडे कोल ma, बट सानू पता है कि जेड़ा A है dv by dt, what is A? Acceleration, it is the time rate of change of velocity। ਇਹ ਜਿਹੜੇ ਪਿੱਛੇ ਫਾਰਮੂਲੇ ਪੜ੍ਹਦੇ ਹਾਂ ਅਸੀਂ vu plus at ਵਾਲੇ ਟੈਸਟ ਵੀ ਹੋਇਆ ਸੀ, ਇਹ ਤੁਹਾਨੂੰ ਸਭ ਨੂੰ ਜ਼ੁਬਾਨੀ ਯਾਦ ਹੋਣਾ ਚਾਹੀਦਾ ਹੈ ਕਿ acceleration is given by rate of change of velocity dv by dt। ਇਹ ਆਲਰੇਡੀ ਅਸੀਂ ਬਹੁਤ ਵਾਰੀ ਜਿਹੜਾ ਇਹਨੂੰ ਆਪਾਂ ਯੂਜ਼ ਕੀਤਾ ਹੈ। ਇਹ A ਦੀ ਵੈਲਿਊ ਇੱਥੇ ਭਰ ਦਾਂਗੇ। दिस इंप्लाई साडे कोल F कितना आ जाएगा, इट इज इक्वल टू m dv by dt। F की वैल्यू कितनी बन गई, m, A की जगह ते असी आ लगाता m dv by dt। हुण आ वाली F की वैल्यू इक्वेशन नंबर 1 दे विच असी सबस्टिट्यूट कर दांगे। नाउ यूजिंग, नाउ पुट दिस वैल्यू इन इक्वेशन नंबर 1, पुट this value of F in equation 1, equation 1 ਦੇ ਵਿੱਚ ਪੁੱਟ ਕਰ ਦੋ। ਇਸ F ਦੀ ਵੈਲਿਊ ਇਕੁਏਸ਼ਨ ਨੰਬਰ 1 ਦੇ ਵਿੱਚ ਪੁੱਟ ਕਰਾਂਗੇ। therefore dw equal to F ਦੀ ਜਗ੍ਹਾ ਤੇ ਉੱਤੇ ਸਾਡੇ ਕੋਲ ਆ ਗਿਆ, ਆ F ਦੀ ਜਗ੍ਹਾ ਤੇ ਆ ਗਿਆ, ਨਾਲ ਕੀ ਲੱਗਾ ਸੀ ਸਾਡੇ ਕੋਲ ਇੱਥੇ ds, ਨਾਲ ਸੀਗੀ ਡਿਸਪਲੇਸਮੈਂਟ। ਇਕੁਏਸ਼ਨ ਨੰबर 1 ਦੇਖੋ, F ਦੀ ਜਗ੍ਹਾ ਤੇ ਆ ਵੈਲਿਊ ਉੱਥੇ ਪੁੱਟ ਕਰ ਦਿੱਤੀ, ਨਾਲ ਲੱਗਾ ਹੋਏਗਾ ਸਾਡੇ ਕੋਲ ds। ਇਹ ਨਾਲ ਦੇ ਨਾਲ ਬੇਟਾ ਤੁਸੀਂ ਨੋਟ ਕਰ ਲਿਆ। ਨਾਓ ds by dt ਨੂੰ ਅਸੀਂ ਇਕੱਠਾ ਕਰ ਲਾਂਗੇ। therefore dw equal to ਸਾਡੇ ਕੋਲ ਆ ਗਿਆ m, ਇਹ ਤੇ m ਆ ਗਿਆ। what is ds by dt? displacement over time, rate of change of displacement, that will become velocity। ਤੇ ਨਾਲ ਕੀ ਆ ਗਿਆ ਸਾਡੇ ਕੋਲ dv। बेटा ਇਹ ਦੋ ਫਾਰਮੂਲੇ ਆਪਣੇ ਮਾਈਂਡ 'ਚ ਰੱਖ ਲਿਓ। ਇਹ ਦੋ ਫਾਰਮੂਲੇ ਮੈਂ ਲਿਖਣ ਲੱਗਾ, ਨੋਟ ਕਰ ਲਓ। ਇਹ ਤੁਹਾਨੂੰ ਆਲਰੇਡੀ ਕਈ ਬੱਚਿਆਂ ਨੂੰ ਤੇ ਬੜੇ ਅੱਛੇ ਤਰੀਕੇ ਨਾਲ ਯਾਦ ਹੋਣਗੇ ਕਿ a dv by dt। ਤੇ ਇੱਕ ਫਾਰਮੂਲਾ ਬੇਟਾ ਅਸੀਂ d ਵੈਲੋਸਿਟੀ ਦਾ ਹੀ ਪੜਿਆ ਸੀ ਉੱਥੇ, dx by dt। x माने डिस्प्लेसमेंट, रेट ऑफ चेंज ऑफ डिस्प्लेसमेंट, वेलोसिटी, रेट ऑफ चेंज ऑफ वेलोसिटी, ਉਹ ਸਾਡੇ ਕੋਲ ਕੀ ਹੈ एक्सेलरेशन। ਇੱਥੇ ਨੋਟ ਕਰੋ ਇਹ डिस्प्लेसमेंट ਹੈਗੀ ਹੈ, ਇੱਥੇ x ਲਿਖਿਆ, ਇੱਥੇ डिस्प्लेसमेंट ਕਿਹੜੀ ਹੁੰਦੀ ਹੈ ds by dt। ਆ ਦੇਖੋ ਇਕੱਠਾ ਕਰ ਲਿਆ, ਇਹ ਸਾਡੇ ਕੋਲ ਕੀ ਬਣ ਜਾਏਗਾ वेलोसिटी, ਤੇ ਆ dv ਜਿਹੜਾ ਚੇਂਜ ਇਨ वेलोसिटी ਸਾਡੇ ਕੋਲ ਵੱਖਰੀ ਆ ਗਈ। ਇਹ ਦੋਨੋਂ ਫਾਰਮੂਲੇ ਜਿਹੜੇ ਨੇ ਇਹ ਤੁਸੀਂ ਵੱਖਰੀ ਕਾਪੀ ਦੇ ਉੱਪਰ ਜਾਂ ਕਿਤੇ ਨਾ ਕਿਤੇ ਨੋਟ ਕਰਕੇ ਰੱਖ ਲਓ। ਨਾਓ ਦਿਸ ਇਜ਼ ਅ ਸਮਾਲ ਵਰਕ ਡਨ। ਹੁਣ ਨੋਟ ਕਰੋ ਇਸ ਇਕੁਏਸ਼ਨ ਦੇ ਵਿੱਚ ਕੀ ਹੋਇਆ। ਇਹ ਇਕੁਏਸ਼ਨ ਨੰਬਰ 2 ਹੈ, ਧਿਆਨ ਨਾਲ ਦੇਖੋ। ਇੱਕ ਬੋਡੀ ਹੈ ਜਿਹਦਾ ਮਾਸ m ਹੈ, ਜਿਹਦੀ ਵੈਲੋਸਿਟੀ ਕਿੰਨੀ ਸੀ v। ਮੰਨ ਲਓ ਥੋੜਾ ਜਿਹਾ ਜਦੋਂ ਉੱਤੇ ਵਰਕ ਹੋਇਆ ਤੇ ਥੋੜੀ ਜੀ ਉਹਦੀ ਵੈਲੋਸਿਟੀ ਦੇ ਵਿੱਚ ਕੀ ਆਈ, ਚੇਂਜ ਆਈ। ਜਦੋਂ ਵੀ ਕਿਸੇ ਦੇ ਉੱਤੇ ਵਰਕ ਕਰੋਗੇ, ਬਾਹਰੋਂ ਕਿਸੇ ਉੱਤੇ ਫੋਰਸ ਲਗਾਓਗੇ, ਉਹਦੀ ਵੈਲੋਸਿਟੀ 'ਚ ਫਰਕ ਪੈਣਾ ਹੈ, ਉਹਦੀ ਕਾਈਨੈਟਿਕ એનર્ਜੀ 'ਚ ਫਰਕ ਪੈਣਾ ਹੈ। ਨਾਓ ਲੈਟ velocity of
body changes from 0 to v। ਪਹਿਲਾਂ ਬੋਡੀ ਕੱਚ ਸੀ ਰੈਸਟ ਵਿੱਚ, ਉਦੋਂ ਦੀ ਵੈਲੋਸਿਟੀ ਕਿੰਨੀ ਸੀ 0। ਮੰਨ ਲਓ ਵੀ ਟੋਟਲ ਜਿਹੜਾ ਟਾਈਮ ਦੇ ਵਿੱਚ ਉਹਦੀ ਵੈਲੋਸਿਟੀ 0 ਤੋਂ ਕਿੰਨੀ ਹੋ ਗਈ v ਇਨ ਟਾਈਮ t। ਜਿੰਨਾ ਚਿਰ ਫੋਰਸ ਐਕਟ ਕੀਤੀ ਉਹਨਾਂ ਫੋਰਸ ਕਿੰਨਾ ਚਿਰ ਲੱਗੀ t ਟਾਈਮ ਵਾਸਤੇ। ਵੈਲੋਸਿਟੀ ਜਿਹੜੀ ਹੈ 0 ਤੋਂ ਕਿੰਨੀ ਹੋ ਗਈ v। therefore integrating the above equation integrating the above equation between proper limit integrate ਅਸੀਂ ਕਰ ਦਾਂਗੇ we get ਸਾਡੇ ਕੋਲ ਜਿਹੜੀ ਆ ਇਕੁਏਸ਼ਨ ਹੈ ਟੋਟਲ ਵਰਕ ਕਿਵੇਂ ਨਿਕਾਲਾਂਗੇ। ਸਮਾਲ ਵਰਕ ਦੀ ਇੰਟੈਗ੍ਰੇਸ਼ਨ ਕਰਤੀ। ਇਹ ਤੇ ਸਮਾਲ ਵਰਕ ਸੀ ਜਦੋਂ ਥੋੜੀ ਜਿਹੀ ਡਿਸਪਲੇਸਮੈਂਟ ਹੋਈ ਸੀ। ਮੰਨ ਲਓ ਬੋਡੀ ਦੀ ਟੋਟਲ ਡਿਸਪਲੇਸਮੈਂਟ s ਹੋਈ ਹੈ ਤੇ ਟੋਟਲ ਜਿਹੜੀ ਹੈ ਚੇਂਜ ਵੈਲੋਸਿਟੀ 0 to v ਆਈ ਹੈ। then total work done is given by integration ਤੇ ਇੱਥੇ dw ਦੀ ਵੈਲਿਊ ਪੁੱਟ ਕਰ ਦੋ ਕਿੰਨੀ ਆ ਜਾਏਗੀ mv ਤੇ ਸਾਡੇ ਕੋਲ ਕਿੰਨਾ ਆ ਜਾਏਗਾ dv ਤੇ ਚੇਂਜ ਕਿੰਨੀ ਆਈ ਵੈਲੋਸਿਟੀ ਚ ਚੇਂਜ 0 to ਕਿੰਨੀ ਆਈ ਹੈ ਮੰਨ ਲਓ v 0 to v। ਕਾਂਸਟੈਂਟ ਚੀਜ਼ ਨੂੰ ਇੰਟੈਗ੍ਰੇਸ਼ਨ ਚੋਂ ਬਾਹਰ ਕੱਢ ਦਾਂਗੇ। ਸਾਡੇ ਕੋਲ ਕੀ ਆਏਗਾ ਬਾਹਰ m ਅੰਦਰ ਰਹਿ ਜਾਏਗਾ v dv ਤੇ ਥੱਲੇ ਆਏਗਾ 0 ਉੱਤੇ ਆਏਗਾ v। ਪਹਿਲਾ ਵੈਲੋਸਿਟੀ 0 ਸੀ ਬਾਅਦ ਵਿੱਚੋਂ ਵੈਲੋਸਿਟੀ ਕਿੰਨੀ ਹੋ ਗਈ ਸਾਡੇ ਕੋਲ v ਹੋ ਚੁੱਕੀ ਹੈ। ਨਾਓ ਇਸ ਤੋਂ ਬਾਅਦ ਇਹਨੂੰ ਜਿਹੜਾ ਆਪਾਂ ਫਰਦਰ ਸੋਲਵ ਕਰਦੇ ਹਾਂ ਵਰਕ ਇਕੁਅਲ ਟੂ m। ਨਾਓ ਨੋਟ ਕਰੋ ਪਾਵਰ ਕਿੰਨੀ ਹੈ 1। ਜਦੋਂ ਪਾਵਰ 1 ਹੈ ਕੀ ਕਰਦੇ ਹਾਂ ਅਸੀਂ ਇੰਟੈਗ੍ਰੇਸ਼ਨ ਚ ਪਾਵਰ ਵਿੱਚ ਇੱਕ ਪਲੱਸ ਕਰ ਲਈਦਾ ਜੋ ਆਵੇ ਉਹਨੂੰ ਥੱਲੇ ਡਿਵਾਈਡ ਕਰਦੇ ਹਾਂ। ਕਿੰਨਾ ਆਏਗਾ ਸਾਡੇ ਕੋਲ v ਉੱਤੇ 2 ਆ ਜਾਏਗਾ ਡਿਵਾਈਡਡ ਬਾਈ 2 ਤੇ ਲਿਮਿਟ ਅਸੀਂ ਕਿਹੜੇ ਸਾਈਡ ਤੇ ਪਾਣੇ ਆ ਰਾਈਟ ਸਾਈਡ ਤੇ। ਥੱਲੇ ਆ ਜਾਏਗਾ 0 ਉੱਪਰ ਆ ਜਾਏਗਾ ਸਾਡੇ ਕੋਲ ਕਿੰਨਾ ਆ ਜਾਏਗਾ ਉੱਪਰ ਵੀ v ਉੱਪਰ ਆ ਜਾਏਗਾ ਸਾਡੇ ਕੋਲ। ਔਰ ਦਿਸ ਇੰਪਲਾਈ ਵਰਕ ਇਕੁਅਲ ਟੂ ਹਾਫ ਨੂੰ ਵਿੱਚੋਂ ਬਾਹਰ ਕੱਢ ਦੋ। ਇਹ 1/2 ਹੈ ਬੇਟਾ ਇਹ 2 ਨੀਚੇ ਹੋਣ ਕਰਕੇ ਇਸ ਨੂੰ ਹਾਫ ਪੜਾਂਗੇ। ਇਹ 1/2 ਬਾਹਰ ਕੱਢਤਾ। ਬਾਹਰ ਹੋਰ ਕੀ ਹੈਗਾ ਸਾਡੇ ਕੋਲ m। ਹੁਣ ਅਸੀਂ ਬ੍ਰੈਕਟ ਪਾਵਾਂਗੇ ਗੋਲ। ਪਹਿਲਾਂ ਕਿਹਦੀ ਵੈਲਿਊ ਪੁੱਟ ਕਰੀਦੀ ਹੈ ਅਪਰ ਲਿਮਿਟ ਫਿਰ ਕਿਹਦੀ ਪੁੱਟ ਕਰੀਦੀ ਹੈ ਲੋਅਰ ਤੇ ਵਿੱਚ ਸਾਈਨ ਕਿਹੜਾ ਪਾਉਂਦੇ ਆ ਅਸੀਂ ਮਾਈਨਸ ਦਾ। ਪਹਿਲਾਂ v ਦੀ ਜਗ੍ਹਾ ਤੇ ਕੀ ਆਏਗਾ v ਸਕੁਅਰ ਅੱਗੇ ਆ ਗਿਆ ਸਾਡੇ ਕੋਲ ਮਾਈਨਸ। ਹੁਣ v ਦੀ ਜਗ੍ਹਾ ਤੇ ਕੀ ਆਏਗਾ ਸਾਡੇ ਕੋਲ ਉਹ ਆ ਜਾਏਗਾ 0 ਐਂਡ ਵੀ ਗੈਟ ਹਾਫ mv ਸਕੁਅਰ। 0 ਨੂੰ ਛੱਡਤਾ ਹਾਫ mv ਸਕੁਅਰ। ਇਹ ਸਾਡੇ ਕੋਲ ਆ ਗਿਆ ਟੋਟਲ ਵਰਕ। therefore ਵਰਕ ਜਿਹੜਾ ਟੋਟਲ ਆਇਆ ਹਾਫ mv ਸਕੁਅਰ। ਇੰਨਾ ਵਰਕ ਕੀਤਾ ਟੋਟਲ ਤਾਂ ਬੋਡੀ ਦੀ ਵੈਲੋਸਿਟੀ ਜਿਹੜੀ ਹੈ ਉਹ v ਬਣੀ। ਪਹਿਲਾਂ ਬੋਡੀ ਕੱਚ ਸੀਗੀ ਰੈਸਟ ਵਿੱਚ ਤੇ ਜਦੋਂ ਉੱਤੇ ਵਰਕ ਹੋਇਆ ਉਹਦੇ ਕਰਕੇ ਉਹਦੀ ਵੈਲੋਸਿਟੀ ਕਿੰਨੀ ਆ ਗਈ v। ਤੇ ਤੁਹਾਨੂੰ ਪਤਾ ਹੈ ਕਿ ਵਰਕ ਤੇ એનર્ਜੀ ਇਹ ਸੇਮ ਨੇ। ਜਦੋਂ ਵੀ એનર્ਜੀ ਨਿਕਾਲਣੀ ਹੈ ਮੈਂ ਪਿਛਲੇ ਲੈਕਚਰ 'ਚ ਡਿਸਕਸ ਕੀਤਾ ਸੀ ਜਦੋਂ ਵੀ એનર્ਜੀ ਨਿਕਾਲਣੀ ਹੈ ਸਾਨੂੰ ਪਹਿਲਾਂ ਵਰਕ ਕੈਲਕੂਲੇਟ ਕਰਨਾ ਪਏਗਾ। ਇਹਦਾ ਮਤਲਬ ਪਹਿਲਾਂ ਅਸੀਂ ਵਰਕ ਨਿਕਾਲਿਆ ਵਰਕ ਕਰਕੇ ਕੈਪੈਸਿਟੀ ਟੂ ਡੂ ਵਰਕ ਇਜ਼ ਕਾਲਡ એનર્ਜੀ। ਅਸੀਂ ਵਰਕ ਕੀਤਾ ਤੇ ਇਹ ਵਰਕ ਜਿਹੜਾ ਹੈ ਇਹਦੇ ਕਰਕੇ ਬੋਡੀ ਕੱਚ ਆਏਗੀ। ਇਸ ਵਰਕ ਕਰਕੇ ਬੋਡੀ ਮੋਸ਼ਨ ਚ ਆਏਗੀ। therefore this work done ਇੱਥੇ ਲਾਈਨ ਲਿਖਾਂਗੇ this work done will get stored in this work done will get stored in a body in the form of kinetic energy।
ਇਹੋ ਵਰਕ ਜਿਹੜਾ ਹੈ ਬਾਡੀ ਵਿੱਚ ਸਟੋਰ ਹੋ ਜਾਏਗਾ ਕਾਈਨੈਟਿਕ એનર્ਜੀ ਦੇ ਰੂਪ ਚ। ਮੰਨ ਲਓ ਬੇਟਾ ਚੌਕ ਦਾ ਪੀਸ ਹੈ, ਜੇ ਇਹ ਚੌਕ ਦਾ ਪੀਸ ਤੁਸੀਂ ਦੇਖ ਰਹੇ ਹੋ ਹੈਂਡ ਉੱਪਰ ਪਿਆ ਹੈ, ਇਹ ਕਿਹੜੀ ਪੋਜੀਸ਼ਨ 'ਚ ਹੈ? ਇਟ ਇਜ਼ ਐਟ ਰੈਸਟ। ਜੇ ਇਹ ਰੈਸਟ ਵਿੱਚ ਹੈ ਤੇ ਜੇ ਇਹਨੂੰ ਮੋਸ਼ਨ 'ਚ ਲਿਆਣਾ ਹੈ ਤੇ ਮੈਨੂੰ ਇਹਦੇ ਉੱਤੇ ਵਰਕ ਕਰਨਾ ਪਏਗਾ। ਮੈਂ ਬਾਹਰੋਂ ਫੋਰਸ ਲਗਾਵਾਂਗਾ ਤੇ ਤੁਸੀਂ ਦੇਖੋਗੇ ਜਦੋਂ ਫੋਰਸ ਲਗਾਵਾਂਗੇ ਤੇ ਇਹ ਕੱਚ ਆ ਗਿਆ, ਇੱਕਦਮ ਮੋਸ਼ਨ 'ਚ ਆ ਗਿਆ। ਇਹਦਾ ਮਤਲਬ ਵਰਕ ਕਰਕੇ ਕਾਈਨੈਟਿਕ એનર્ਜੀ ਪੈਦਾ ਹੋਈ। ਜੇ ਵਰਕ ਨਹੀਂ ਕਰਦੇ ਤੇ ਕਾਈਨੈਟਿਕ એનર્ਜੀ ਨਹੀਂ ਆਂਦੀ। ਇਸ ਕਰਕੇ ਆ ਲਾਈਨ ਲਿਖੀ ਹੈ ਕਿ ਇਹੋ ਵਰਕ ਜਿਹੜਾ ਹੈ ਬਾਡੀ ਵਿੱਚ ਸਟੋਰ ਹੋ ਜਾਏਗਾ ਇਨ ਦਾ ਫਾਰਮ ਆਫ ਕਾਈਨੈਟਿਕ એનર્ਜੀ। ਫਿਰ ਸਾਡੇ ਕੋਲ ਜਿਹੜਾ ਹੈ ਕਾਈਨੈਟਿਕ એનર્ਜੀ ਦਾ ਫਾਰਮੂਲਾ ਕੀ ਆਏਗਾ? ਦੇਅਰਫੋਰ ਕਾਈਨੈਟਿਕ એનર્ਜੀ ਇਜ਼ ਗਿਵਨ ਬਾਈ ਹਾਫ mv²। ਇਹ ਸਾਡੇ ਕੋਲ ਜਿਹੜਾ ਹੈ ਕਾਈਨੈਟਿਕ એનર્ਜੀ ਦਾ ਫਾਰਮੂਲਾ ਆ ਗਿਆ। ਹੈਂਸ ਕਾਈਨੈਟਿਕ એનર્ਜੀ ਇਜ਼ ਗਿਵਨ ਬਾਈ ਹਾਫ mv²। ਆ ਜੇ ਸਾਡਾ ਫਾਰਮੂਲਾ, ਇਹਨੂੰ ਤੁਸੀਂ ਯਾਦ ਰੱਖਣਾ ਹੈ। what is the formula for kinetic energy? It is given by half mv²। ਜੇ ਵਰਕ ਨਾ ਹੁੰਦਾ ਤੇ ਕਦੀ ਵੀ એનર્ਜੀ ਨਹੀਂ ਆਏਗੀ। ਕੋਈ ਵੀ ਆਰਟੀਕਲ ਆਵੇ ਸਾਡਾ એનર્ਜੀ ਵਾਸਤੇ ਡਰਾਈਵ ਕਰੋ, ਸਭ ਨਾਲੋਂ ਪਹਿਲਾਂ ਤੁਸੀਂ ਕਿੱਧਰ ਨੂੰ ਤੁਰਨਾ ਹੈ? ਤੁਸੀਂ ਵਰਕ ਡਨ ਨਿਕਾਲਣ ਵਾਲੇ ਪਾਸੇ ਜਾਣਾ ਹੈ। ਵਰਕ ਨਿਕਾਲ ਲੋਗੇ, ਉਸ ਤੋਂ ਬਾਅਦ ਆ ਲਾਈਨ ਲਿਖ ਕੇ ਅਸੀਂ ਜਿਹੜਾ ਲਿਖ ਦਾਂਗੇ ਕਿ ਵਰਕ ਜਿਹੜਾ ਹੈ ਬਾਡੀ ਵਿੱਚ ਜਾ ਕੇ ਉਹ ਸਟੋਰ ਹੋ ਗਿਆ ਇਨ ਦਾ ਫਾਰਮ ਆਫ એનર્ਜੀ। ਤੇ ਉਹ ਕਿਹੜੀ એનર્ਜੀ ਆਏਗੀ ਸਾਡੇ ਕੋਲ? ਕਾਈਨੈਟਿਕ એનર્ਜੀ। ਇਹਦਾ ਮਤਲਬ ਸਾਡੇ ਕੋਲ ਕਾਈਨੈਟਿਕ એનર્ਜੀ ਦਾ ਜਿਹੜਾ ਹੈ ਫਾਰਮੂਲਾ, ਇਹਨੂੰ ਯਾਦ ਕਰਨ ਵਾਸਤੇ K.E is equal to half mv²। ਇਹਨੂੰ ਤੁਸੀਂ ਹਮੇਸ਼ਾ ਯਾਦ ਰੱਖਣਾ ਹੈ, ਕਾਈਨੈਟਿਕ એનર્ਜੀ is equal to half mv²। ਆਓ ਇਹਦਾ ਜਿਹੜਾ ਹੈ ਰੂਪ ਚੇਂਜ ਕਰਦੇ ਹਾਂ, ਇਹਦੀ ਫਾਰਮ ਨੂੰ ਅਸੀਂ ਹੁਣ ਚੇਂਜ ਕਰਨ ਲੱਗੇ ਹਾਂ। ਨਾਓ ਕਾਈਨੈਟਿਕ એનર્ਜੀ is equal to half mv² into m over m। ਦੇਖੋ ਮੈਂ ਕੀ ਕੀਤਾ, ਇਸ ਫਾਰਮੂਲੇ ਵਿੱਚ ਮੈਂ ਕੀ ਕੀਤਾ, m ਨਾਲ ਮਲਟੀਪਲਾਈ ਕਰਤਾ, m ਦੇ ਨਾਲ ਜਿਹੜਾ ਹੈ ਮੈਂ ਥੱਲੇ ਡਿਵਾਈਡ ਵੀ ਕਰਤਾ। ਮੈਂ ਫਾਰਮੂਲੇ ਨੂੰ ਚੇਂਜ ਕਰਨ ਲੱਗਾ, ਇੱਕ ਨਵਾਂ ਰੂਪ ਜਿਹੜਾ ਹੈ ਬਣਾਉਣ ਲੱਗਾ ਹੈ। ਉਹ ਵੀ ਫਾਰਮੂਲਾ ਤੁਸੀਂ ਯਾਦ ਰੱਖਣਾ ਹੈ। ਨਾਓ ਹਾਫ m into m m² v² over m। ਕੀ ਕੀਤਾ, ਮਾਸ ਨਾਲ ਮਲਟੀਪਲਾਈ ਕਰਤਾ, ਮਾਸ ਨਾਲ ਡਿਵਾਈਡ ਕੀਤਾ, ਕੋਈ ਫਰਕ ਨਹੀਂ ਪਏਗਾ। ਜਿਹਦੇ ਨਾਲ ਮਲਟੀਪਲਾਈ ਕੀਤਾ ਹੈ ਉਹਦੇ ਨਾਲ ਡਿਵਾਈਡ ਕਰੋ, ਕੱਟਿਆ ਜਾਣਾ। ਉਹ ਉਹੀਓ ਚੀਜ਼ ਹੈ, m ਨਾਲ ਮਲਟੀਪਲਾਈ m ਨਾਲ ਡਿਵਾਈਡ। ਨਾਓ m into m m² ਹੋ ਗਿਆ, ਨੀਚੇ ਸਾਡੇ ਕੋਲ ਕੀ ਰਹਿ ਗਿਆ m। ਹੋਰ ਕੀ ਕੀਤਾ ਦੇਖੋ ਧਿਆਨ ਨਾਲ, mv ਇਹਦਾ ਇਕੱਠਾ ਹੋਲ ਸਕੁਅਰ ਕਰਤਾ। ਇਹਦੇ ਉੱਪਰ ਵੀ ਸਕੁਅਰ ਹੈ, ਇਹਦੇ ਉੱਪਰ ਵੀ ਸਕੁਅਰ ਹੈ, ਮੈਂ ਕੱਲਾ ਹੀ mv ਦਾ ਹੋਲ ਸਕੁਅਰ ਪਾ ਦਿੱਤਾ। ਨਾਓ ਵਾਟ ਇਜ਼ mv? ਜੇ ਤੁਹਾਨੂੰ ਯਾਦ ਹੋਵੇ ਆਪਾਂ ਫੋਰਸ ਵਾਲਾ ਚੈਪਟਰ ਪੜਿਆ, ਉਹਦੇ ਵਿੱਚ ਮਾਸ ਇਨਟੂ ਵੈਲੋਸਿਟੀ ਨੂੰ ਕੀ ਬੋਲਦੇ ਆ? ਮੋਮੈਂਟਮ। ਵਾਟ ਇਜ਼ mv? ਮੋਮੈਂਟਮ। ਸਾਡੇ ਕੋਲ ਕੀ ਬਣ ਜਾਏਗਾ? ਹਾਫ ਦਾ ਹਾਫ। ਵਾਟ ਇਜ਼ mv? ਮੋਮੈਂਟਮ ਨੂੰ ਕਾਹਦਾ ਲਿਖਦੇ ਆ ਅਸੀਂ? p ਦੇ ਨਾਲ, ਤੇ ਉੱਪਰ ਕੀ ਆ ਗਿਆ? ਸਕੁਅਰ ਓਵਰ ਆ ਗਿਆ m। ਕਹਿਣ ਦਾ ਮਤਲਬ p² ਓਵਰ 2m। p² ਓਵਰ 2m ਕਾਈਨੈਟਿਕ એનર્ਜੀ ਦਾ ਇੱਕ ਹੋਰ ਫਾਰਮੂਲਾ, p² divided by 2m। ਤੇ what is p? p is the linear momentum। linear p ਨੂੰ ਅਸੀਂ ਬੋਲਦੇ ਹਾਂ linear momentum। mv ਦੀ ਜਗ੍ਹਾ ਤੇ p ਦਾ ਫਾਰਮੂਲਾ ਬੇਟਾ ਤੁਸੀਂ ਆ ਪੜਿਆ ਹੋਇਆ ਹੈ, ਮਾਸ ਇਨਟੂ ਵੈਲੋਸਿਟੀ। ਇਹਦਾ ਮਤਲਬ ਕਾਈਨੈਟਿਕ એનર્ਜੀ ਦਾ ਫਾਰਮੂਲਾ ਜੇ ਵੈਲੋਸਿਟੀ ਚ ਪੁੱਛੇ ਹਾਫ mv², ਜੇ ਕਾਈਨੈਟਿਕ એનર્ਜੀ ਦਾ ਫਾਰਮੂਲਾ ਮੋਮੈਂਟਮ ਚ ਪੁੱਛਦਾ ਫਿਰ ਤੁਸੀਂ ਕਹਿਣਾ p² ਓਵਰ 2m। ਧਿਆਨ ਰੱਖਣਾ ਹੈ, ਜੇ ਮੋਮੈਂਟਮ ਚ ਪੁੱਛੇ ਤੇ m ਥੱਲੇ ਜੇ ਵੈਲੋਸਿਟੀ ਚ ਪੁੱਛੇ ਤੇ m ਉੱਪਰ ਜੇ ਨਾਲ। ਦੇਖੋ ਇਹ ਧਿਆਨ ਰੱਖਣਾ ਹੈ, ਹਾਫ ਦੋਨਾਂ ਚ ਲੱਗਾ ਹੈ, ਸਕੁਅਰ ਇਹਦੇ ਉੱਤੇ ਹੈ, ਉੱਥੇ ਮੋਮੈਂਟਮ ਦੇ ਉੱਤੇ ਸਕੁਅਰ ਹੈ, m ਦਾ ਫਰਕ ਪੈ ਜਾਏਗਾ ਜੇ। ਹਾਂਜੀ, these are the formulae for kinetic energy। ਪਹਿਲਾ ਫਾਰਮੂਲਾ ਹਾਫ mv² ਤੇ ਦੂਸਰਾ ਫਾਰਮੂਲਾ ਜਿਹੜਾ ਹੈ ਸਾਡੇ ਕੋਲ ਆ ਗਿਆ ਹਾਫ p² ਓਵਰ m। ਇਹ ਫਾਰਮੂਲੇ ਦੋਨਾਂ ਨੂੰ ਤੁਹਾਨੂੰ ਆਣੇ ਚਾਹੀਦੇ ਆ, ਦੋਨਾਂ ਨੂੰ ਤੁਸੀਂ ਯਾਦ ਵੀ ਜਿਹੜਾ ਹੈ ਇਹਨੂੰ ਆਪਾਂ ਰੱਖਣਾ ਹੈ।
ਨਾਓ ਇਹਦੇ ਨਾਲ ਇੱਕ ਥਿਊਰਮ ਸੀਗੀ ਸਾਡੇ ਕੋਲ, ਵਰਕ એનર્ਜੀ ਥਿਊਰਮ। ਵਰਕ એનર્ਜੀ ਥਿਊਰਮ। ਵਰਕ એનર્ਜੀ ਥਿਊਰਮ ਦਾ ਮਤਲਬ ਕੀ ਹੈ? ਵਰਕ એનર્ਜੀ ਥਿਊਰਮ ਦਾ ਮਤਲਬ ਹੈ ਕਿ ਜਦੋਂ ਵੀ ਬਾਡੀ ਉੱਪਰ ਵਰਕ ਕਰੋਗੇ ਉਹਦੀ એનર્ਜੀ ਵਿੱਚ ਚੇਂਜ ਆਏਗੀ। ਫਿਰ ਸੁਣੋ, ਜਦੋਂ ਵੀ ਬਾਡੀ ਉੱਪਰ ਵਰਕ ਕਰੋਗੇ ਉਹਦੀ એનર્ਜੀ ਦੇ ਵਿੱਚ ਚੇਂਜ ਆਏਗੀ। ਦਿਸ ਇਜ਼ ਕਾਲਡ ਵਰਕ એનર્ਜੀ ਥਿਊਰਮ। ਨਾਓ ਜੇਕਰ ਕੋਈ ਬਾਡੀ ਹੈ, ਉਹਦੀ એનર્ਜੀ ਹੈਗੀ ਆ ਮੰਨ ਲਓ 10 ਜਾਊਲ, એનર્ਜੀ ਦਾ ਯੂਨਿਟ ਜਾਊਲ, ਤੇ ਜਦੋਂ ਉਹਦੇ ਉੱਤੇ ਵਰਕ ਕੀਤਾ, ਮਾੜਾ ਜਿਹਾ ਨੂੰ ਧੱਕਾ ਮਾਰਿਆ, ਉਹਦੀ ਕਾਈਨੈਟਿਕ એનર્ਜੀ 12 ਹੋ ਗਈ। ਪਹਿਲਾਂ ਕਿੰਨੀ ਸੀ? 10, ਬਾਅਦ ਚੋਂ ਕਿੰਨੀ ਹੋ ਗਈ? 12। ਚੇਂਜ ਕਿੰਨੀ ਆਈ? ਪਹਿਲਾਂ 10 ਚੱਲ ਰਹੀ ਸੀ, ਬਾਅਦ ਚੋਂ 12 ਹੋ ਗਈ। ਚੇਂਜ ਕਿੰਨੀ ਆਈ? 2 ਦੀ। ਇਹ ਜਿਹੜਾ 2 ਜਾਊਲ ਹੈ ਨਾ, that is the work done। ਜਿਹੜੀ ਚੇਂਜ ਆਈ ਕਿਨੈਟਿਕ એનર્ਜੀ ਚ, ਕਿਉਂ ਆਈ? ਉਹਦੇ ਤੇ ਵਰਕ ਹੋਇਆ। ਤੇ ਜੇ ਵਰਕ ਨਾ ਹੁੰਦਾ ਤੇ ਉਹਦੀ ਕਿਨੈਟਿਕ એનર્ਜੀ ਵਿੱਚ ਕਦੀ ਵੀ ਚੇਂਜ ਨਹੀਂ ਆਣੀ ਸੀ। ਇਹਦਾ ਮਤਲਬ ਵਰਕ એનર્ਜੀ ਥਿਊਰਮ ਦਾ ਮਤਲਬ ਹੈ ਵਰਕ ਡਨ ਆਲਵੇਜ਼ ਬ੍ਰਿੰਗ ਅਬਾਊਟ ਚੇਂਜ ਇਨ એનર્ਜੀ। ਜ਼ਰੂਰੀ ਨਹੀਂ ਹੈ ਕਿ ਕਿਨੈਟਿਕ એનર્ਜੀ ਬਾਰੇ ਹੋਵੇ, ਪੋਟੈਂਸ਼ੀਅਲ એનર્ਜੀ 'ਚ ਵੀ ਚੇਂਜ ਆ ਸਕਦੀ ਹੈ, ਕਿਨੈਟਿਕ એનર્ਜੀ 'ਚ ਵੀ ਚੇਂਜ ਆ ਸਕਦੀ ਹੈ, ਹੀਟ એનર્ਜੀ ਦੇ ਵਿੱਚ ਵੀ ਚੇਂਜ ਆ ਸਕਦੀ ਹੈ। ਮੰਨ ਲਓ ਸਾਡੇ ਹੱਥ ਇਸ ਟਾਈਮ ਗਰਮ ਹੈ, ਤੇ ਜੇ ਇਹਨੂੰ ਮੈਂ ਹੁਣ ਵਰਕ ਕਰਦਾ, ਦੇਖੋ ਧਿਆਨ ਨਾਲ, ਹੱਥ ਜ਼ਿਆਦਾ ਗਰਮ ਹੋ ਗਏ। ਇਹ ਜਿਹੜੀ ਚੇਂਜ ਆਈ ਇੱਕਦਮ એનર્ਜੀ ਵੱਧ ਗਈ, ਇਹ ਕਿਹਦੇ ਕਰਕੇ ਆਈ ਹੈ ਬੇਟਾ? ਵਰਕ ਡਨ ਕਰਕੇ ਆਈ ਹੈ। ਨਾਓ ਆਓ ਇਹਦਾ ਫਾਰਮੂਲਾ ਵੀ ਅਸੀਂ ਜਿਹੜਾ ਹੈ ਡਰਾਈਵ ਕਰਦੇ ਹਾਂ। ਇਹ ਫਾਰਮੂਲਾ ਉਸੇ ਤਰੀਕੇ ਦੇ ਨਾਲ ਡਰਾਈਵ ਕਰਨਾ ਜਿਹੜਾ ਬੇਟਾ ਜਿਸ ਤਰ੍ਹਾਂ ਮੈਂ ਪਿੱਛੇ ਫਾਰਮੂਲਾ ਡਰਾਈਵ ਕੀਤਾ ਹੈ। ਐਂਡ ਨੋਟ ਕਰਿਓ, ਮੈਂ ਇੱਕ ਇਕੁਏਸ਼ਨ ਲਿਖਣ ਲੱਗਾ ਹੈ, dw ਇਕੁਅਲ ਟੂ ਸਾਡੇ ਕੋਲ ਸੀਗੀ mv dv। ਬੇਟਾ ਇਹ ਇਕੁਏਸ਼ਨ ਨੰਬਰ 2 ਮੈਂ ਪਿੱਛੇ ਡਰਾਈਵ ਕੀਤੀ ਹੈ। ਦੇਖੋ ਸਾਰੇ ਧਿਆਨ ਨਾਲ, ਜਿਹੜਾ ਮੈਂ ਪਿੱਛੇ ਕਿਨੈਟਿਕ એનર્ਜੀ ਵਾਲਾ ਫਾਰਮੂਲਾ ਹੁਣੇ ਪੜਾਇਆ ਉਹ ਮੈਂ ਇਕੁਏਸ਼ਨ ਨੰਬਰ 2 ਤੱਕ ਦੇਖੋ ਸਾਰੇ ਸਮਾਲ ਵਰਕ ਡਨ ਇੰਨਾ ਨਿਕਾਲਿਆ ਸੀਗਾ। ਮੇਰੀ ਬਾਡੀ ਪਹਿਲਾਂ ਕੱਚ ਸੀਗੀ ਰੈਸਟ ਵਿੱਚ, ਉਹਦੇ ਤੇ ਥੋੜਾ ਜਿਹਾ ਵਰਕ ਕੀਤਾ ਤੇ ਆਹ ਇਕੁਏਸ਼ਨ ਆਈ ਸੀ, ਹੁਣੇ ਆਪਾਂ ਪੜਿਆ ਇਕੁਏਸ਼ਨ ਨੰਬਰ 2 ਤੱਕ। ਬਿਲਕੁਲ ਤੁਸੀਂ ਸੇਮ ਲਿਖ ਲੈਣਾ, ਬਸ ਇੰਨਾ ਧਿਆਨ ਰੱਖਣਾ ਹੈ ਕਿ ਬਾਡੀ ਤੁਹਾਡੀ ਹੁਣ ਰੈਸਟ ਵਿੱਚ ਨਹੀਂ ਹੈਗੀ, ਪਹਿਲਾਂ ਹੀ ਬਾਡੀ ਸਾਡੀ ਆਲਰੇਡੀ ਮੂਵ ਕਰ ਰਹੀ ਸੀ। ਨਾਓ ਟੋਟਲ ਵਰਕ ਡਨ, ਟੋਟਲ ਵਰਕ ਡਨ ਅਸੀਂ ਕਿਸ ਤਰ੍ਹਾਂ ਨਿਕਾਲਿਆ ਸੀ? ਇੰਟੈਗ੍ਰੇਸ਼ਨ ਕਰ ਦਿੱਤੀ ਸੀ ਹੁਣੇ ਹੀ, ਤੇ ਅਸੀਂ ਇੱਥੇ ਵੈਲਿਊ ਪੁੱਟ ਕਰ ਦਿੱਤੀ ਸੀਗੀ, ਤੇ ਇੱਥੇ ਲਿਖਿਆ ਸੀ 0, ਇੱਥੇ ਲਿਖੀ ਸੀ 20। ਇੱਥੇ 0 ਤਾਂ ਲਿਖਿਆ ਸੀ ਕਿ ਕਿਉਂਕਿ ਸਾਡੀ ਬਾਡੀ ਪਹਿਲਾਂ ਰੈਸਟ ਵਿੱਚ ਮੰਨੀ ਸੀ। ਮੰਨ ਲਓ ਕਿ ਸਾਡੀ ਬਾਡੀ ਆਲਰੇਡੀ ਪਹਿਲਾਂ ਹੀ ਮੂਵ ਕਰ ਰਹੀ ਸੀ ਵਿਦ ਵੈਲੋਸਿਟੀ u। ਪਹਿਲਾਂ ਮੇਰੀ ਬਾਡੀ ਰੈਸਟ ਵਿੱਚ ਸੀਗੀ, ਉਹ ਮੈਂ ਪਿਛਲਾ ਫਾਰਮੂਲਾ ਡਰਾਈਵ ਕਰਾਤਾ। ਮੰਨ ਲਓ ਬਾਡੀ ਮੇਰੀ ਪਹਿਲਾਂ ਰੈਸਟ ਵਿੱਚ ਨਹੀਂ ਸੀ, ਆਲਰੇਡੀ ਬਾਡੀ ਵੈਲੋਸਿਟੀ u ਦੇ ਨਾਲ ਮੂਵ ਕਰ ਰਹੀ ਸੀ, ਤੇ ਜਦੋਂ ਉੱਤੇ ਵਰਕ ਹੋਇਆ ਉਹਦੀ ਫਾਈਨਲ ਵੈਲੋਸਿਟੀ ਕਿੰਨੀ ਹੋ ਗਈ? v। ਠੀਕ ਹੈ ਬੇਟਾ, ਜੇ 0 ਲਿਖ ਦਵਾਂ ਇਹਦਾ ਮਤਲਬ ਪਹਿਲਾਂ ਰੈਸਟ ਵਿੱਚ ਸੀ, ਬਾਅਦ ਵਿੱਚ v ਹੋ ਗਈ। ਜੇ ਥੱਲੇ u ਲਿਖਿਆ ਇਹਦਾ ਮਤਲਬ ਪਹਿਲਾਂ ਵੈਲੋਸਿਟੀ u ਸੀ ਤੇ ਵਰਕ ਹੋਇਆ, ਤੇ ਬਾਅਦ ਚੋਂ ਵੈਲੋਸਿਟੀ ਕਿੰਨੀ ਹੋ ਗਈ ਉਹਦੀ? v। ਇੰਨਾ ਹੀ ਫਰਕ ਹੈ। ਅਸੀਂ ਇਹਨੂੰ ਫਰਦਰ ਹੱਲ ਕਰਦੇ ਹਾਂ, ਤਰੀਕਾ ਬੜਾ ਸਾਰਾ ਸੇਮ। m ਨੂੰ ਵਿੱਚੋਂ ਅਸੀਂ ਬਾਹਰ ਕੱਢ ਦਿੱਤਾ, ਅੱਗੇ ਆ ਗਿਆ v dv, ਥੱਲੇ u ਤੇ ਉੱਪਰ v। ਪਾਵਰ ਕਿੰਨੀ ਹੈ? 1। ਤੇ ਅਸੀਂ ਕੀ ਕਰਾਂਗੇ? ਪਾਵਰ ਵਿੱਚ 1 ਪਲੱਸ ਕੀਤਾ, ਨੀਚੇ 2, ਤੇ ਉਸ ਤੋਂ ਬਾਅਦ ਲਿਮਟ ਕਿਹੜੇ ਪਾਸੇ ਆਂਦੀ ਹੈ? ਰਾਈਟ ਸਾਈਡ ਤੇ u to v। ਫਰਕ ਇਹਨਾਂ ਜਿੱਥੇ 0 ਹੈ ਉਹਦੀ ਜਗ੍ਹਾ ਤੇ ਸਿਰਫ ਮੈਂ u ਲਿਖਦਾ ਪਿਆ। ਪਹਿਲਾਂ ਮੈਂ ਬਾਡੀ ਰੈਸਟ ਵਿੱਚ ਮੰਨੀ ਸੀ ਬੇਟਾ, ਹੁਣ ਮੈਂ ਬਾਡੀ ਨੂੰ ਰੈਸਟ ਵਿੱਚ ਨਹੀਂ ਮੰਨ ਰਿਹਾ। ਨਾਓ ਵਰਕ ਡਨ ਵਿਲ ਬੀ ਇਕੁਅਲ ਟੂ m। 2 ਨੂੰ ਬਾਹਰ ਕੱਢ ਦਿੱਤਾ ਵਿੱਚੋਂ, ਸਾਡੇ ਕੋਲ ਕੀ ਆਏਗਾ? ਪਹਿਲਾਂ v ਦੀ ਜਗ੍ਹਾ ਦੇ ਉੱਤੇ v² ਮਾਈਨਸ, ਹੁਣ v ਦੀ ਜਗ੍ਹਾ ਤੇ ਕੀ ਆਏਗਾ? u ਉੱਪਰ ਕੀ ਆ ਜਾਏਗਾ ਸਾਡੇ ਕੋਲ? ਸਕੁਅਰ। ਇਟ ਇਜ਼ ਹਾਫ m v² ਮਾਈਨਸ ਹਾਫ m u²।
हाफ एम वी स्क्वायर माइनस हाफ एम यू स्क्वायर. नाउ what is this half mv square? This is a kinetic energy minus what is half mu square? ਇਹ ਵੀ ਸਾਡੀ kinetic energy. ਇਹ kinetic energy ਕਿਹੜੀ ਹੈ? Final, ਕਿਉਂਕਿ velocity final ਲੱਗੀ ਹੈ. ਇਹ kinetic energy ਕਿਹੜੀ ਹੈ? ਸਾਡੇ ਕੋਲ initial. ਇਹਦਾ ਮਤਲਬ final kinetic energy ਚੋਂ ਜਦੋਂ ਅਸੀਂ initial kinetic energy ਮਾਈਨਸ ਕਰ ਦਾਂਗੇ ਫਿਰ ਸਾਡੇ ਕੋਲ ਕੀ ਆ ਜਾਏਗਾ ਬੇਟਾ? ਵਰਕ. ਇਹਦਾ ਮਤਲਬ ਵਰਕ ਨੇ kinetic energy ਨੂੰ ਚੇਂਜ ਕੀਤਾ. ਇਹਦਾ ਮਤਲਬ ਜਿੱਥੇ ਵਰਕ ਹੋਏਗਾ ਉੱਥੇ એનર્ਜੀ ਵਿੱਚ ਚੇਂਜ ਆਏਗੀ ਐਂਡ ਦਿਸ ਇਜ਼ ਕਾਲਡ ਵਰਕ એનર્ਜੀ ਥਿਊਰਮ. ਇਹ ਕੀ ਸਟੇਟਮੈਂਟ ਹੈ ਬੇਟਾ? ਨੋਟ ਕਰ ਲਓ. ਵਰਕ એનર્ਜੀ ਥਿਊਰਮ ਸਟੇਟਸ that whenever we do work on a body, it brings the change in the kinetic energy. ਉਹਦੇ ਕਰਕੇ ਸਾਡੀ kinetic energy ਵਿੱਚ ਕੀ ਆਏਗੀ? ਚੇਂਜ ਪ੍ਰੋਡਿਊਸ ਹੋ ਜਾਏਗੀ. ਆਈ ਥਿੰਕ ਕਿ ਤੁਹਾਨੂੰ ਇਹ ਵਰਕ એનર્ਜੀ ਥਿਊਰਮ ਬੇਟਾ ਕਲੀਅਰ ਹੋ ਗਈ. ਕੈਨ ਵੀ ਪ੍ਰੂਫ? ਬੇਟਾ ਬਹੁਤ ਸੌਖਾ ਪ੍ਰੂਫ ਹੈ, ਬਿਲਕੁਲ ਪਹਿਲੇ ਵਰਗਾ ਹੈ. ਫਰਕ ਇਹਨਾਂ ਹੈ ਕਿ ਬਾਡੀ ਨੂੰ ਰੈਸਟ ਵਿੱਚ ਨਹੀਂ ਮੰਨਣਾ. ਜਿੱਥੇ 0 ਲਿਖਿਆ ਸੀ ਮੈਂ ਉਹਦੀ ਜਗ੍ਹਾ ਤੇ u ਲੈ ਕੇ ਬਾਕੀ ਸਾਰਾ ਆਰਟੀਕਲ ਤੁਹਾਡਾ ਉਸ ਤਰ੍ਹਾਂ ਹੀ ਜਿਹੜਾ ਇਹਨੂੰ ਆਪਾਂ ਡਰਾਈਵ ਕਰਾਂਗੇ. ਮੰਨ ਲਓ ਸਪੋਜ਼ kinetic energy ਇਨੀਸ਼ੀਅਲ ਜਿਹੜੀ ਹੈ 10 ਜਾਊਲ. ਪਹਿਲਾ kinetic energy 10 ਜਾਊਲ ਸੀ. 10 ਜਾਊਲ. kinetic energy ਜਿਹੜੀ ਫਾਈਨਲ ਹੈ suppose it is 12 joule. Can you tell me initial kinetic energy ਪਤਾ ਹੈ, ਫਾਈਨਲ ਪਤਾ ਹੈ, ਕਿੰਨਾ ਵਰਕ ਹੋਏਗਾ? ਕੀ ਤੁਸੀਂ ਦੱਸ ਸਕਦੇ ਹੋ ਵਰਕ ਕਿੰਨਾ ਹੋਏਗਾ? ਤੇ ਹੁਣੇ ਪਤਾ ਹੈ ਕਿ ਫਾਈਨਲ ਤੋਂ ਇਨੀਸ਼ੀਅਲ ਮਾਈਨਸ ਕਰ ਦਾਂਗੇ ਤੇ ਉਹ ਵਰਕ ਆਏਗਾ. therefore work done ਜਿਹੜਾ ਆਏਗਾ 12 minus 10 it is equal to 2 joule. ਇੰਨਾ ਜਿਹੜਾ ਹੈ ਸਾਡਾ ਜਿਹੜਾ ਉਹ ਵਰਕ ਬਾਡੀ ਉੱਪਰ ਹੋ ਜਾਏਗਾ. ਆਈ ਥਿੰਕ ਕਿ ਤੁਹਾਨੂੰ ਇਹ ਵਾਲਾ ਆਰਟੀਕਲ ਜਿਹੜਾ ਅੱਜ ਦਾ kinetic energy ਬਾਰੇ ਤੁਹਾਨੂੰ ਕਲੀਅਰ ਹੋ ਗਿਆ. ਨੈਕਸਟ ਆਪਾਂ ਲੈਕਚਰ ਦੇ ਵਿੱਚ ਪੋਟੈਂਸ਼ੀਅਲ એનર્ਜੀ ਬਾਰੇ ਡਿਸਕਸ ਕਰਾਂਗੇ, ਨਾਲੇ ਉਹਦਾ ਵੀ ਜਿਹੜਾ ਹੈ ਐਕਸਪ੍ਰੈਸ਼ਨ ਅਸੀਂ ਡਰਾਈਵ ਕਰਾਂਗੇ. ਥੈਂਕ ਯੂ.